ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿੱਥੇ ਰੋਜ਼ਾਨਾ ਸਾਰੇ ਅਰਦਾਸ ਵਿੱਚ ਸਰਵਣ ਕਰਦੇ ਆ ਨਾ, ਅਰਦਾਸ ਵਿੱਚ ਸਿੱਖਾਂ ਲਈ ਰੋਜ਼ਾਨਾ ਮੰਗਿਆ ਜਾਂਦਾ ਹੈ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ। ਜਿਸ ਨੂੰ ਜ਼ਿੰਦਗੀ ਵਿੱਚ ਪ੍ਰਾਪਤ ਹੋ ਜਾਵੇ, ਉਹ ਆਪਣੀ ਝੋਲੀ ਹੀ ਨਹੀਂ ਭਰਾਉਂਦੇ, ਸਗੋਂ ਗੁਰੂ ਸਾਹਿਬ ਦੀ ਮੇਰ ਸਦਕਾ ਝੋਲੀਆਂ ਭਰਨ ਵਾਲਾ ਬਣਾ ਦਿੰਦੇ ਹਨ। ਤੇ ਜਿਸ ਦਿਨ ਸਾਡੀ ਝੋਲੀ ਵਿੱਚ ਇਹ ਭਰੋਸੇ ਦੀ ਦਾਤ ਗੁਰੂ ਜੀ ਨੇ ਪਾ ਦਿੱਤੀ, ਤਾਂ ਸਮਝ ਲੈਣਾ ਬੜੀ ਵੱਡੀ ਬਖਸ਼ਿਸ਼ ਕਰ ਦਿੱਤੀ। ਇੱਕ ਨਿੱਕੀ ਜਿਹੀ ਉਦਾਹਰਨ ਦੇ ਕੇ ਸਮਝਾਈਏ ਕਿ ਇੱਕ ਕਿਸ਼ਨਗੜ੍ਹ ਦਾ ਰਹਿਣ ਵਾਲਾ ਭਾਈ ਤਿਲਕਾ ਹੋਇਆ, ਜਿਸ ਨੂੰ ਭਰੋਸੇ ਦੀ ਦਾਤ ਪ੍ਰਾਪਤ ਸੀ। ਕਿਸ਼ਨਗੜ੍ਹ ਵਿੱਚ ਇੱਕ ਜੋਗੀ ਸ਼ਿਵਨਾ ਸੀ, ਜਿਸ ਨੇ ਸ਼ਿਵ ਜੀ ਦੀ ਆਰਾਧਨਾ ਕਰਕੇ ਇਹ ਵਰ ਪ੍ਰਾਪਤ ਕੀਤਾ ਸੀ ਕਿ ਜਿਹੜਾ ਮੇਰੇ ਦਰਸ਼ਨ ਕਰੇਗਾ, ਉਸ ਨੂੰ 1 ਸਾਲ ਦਾ ਸਵਰਗ ਮਿਲੇਗਾ। ਉਸਨੇ ਢੋਲਾਂ ਦੇ ਨਾਲ ਮੁਨਾਦੀ ਕਰਵਾਈ ਕਿ ਜਿਹੜਾ ਮੇਰੇ ਦਰਸ਼ਨ ਕਰੇਗਾ, ਉਸ ਨੂੰ 1 ਸਾਲ ਦਾ ਸਵਰਗ ਪ੍ਰਾਪਤ ਹੋਵੇਗਾ, ਤੇ ਆਪਣੀ ਮਰਜ਼ੀ ਨਾਲ ਮੈਂ ਜਿਸ ਨੂੰ 100 ਸਾਲ ਦਾ ਸਵਰਗ ਦੇ ਦੇਵਾਂ। ਸਾਰਾ ਨਗਰ ਉਸ ਜੋਗੀ ਦੇ ਦਰਸ਼ਨ ਕਰ ਪਹੁੰਚ ਗਿਆ, ਪਰ ਇੱਕ ਨਹੀਂ ਸੀ ਪਹੁੰਚਿਆ। ਗੁਰੂ ਅਰਜਨ ਦੇਵ ਜੀ ਦਾ ਪਿਆਰਾ ਸਿੱਖ ਭਾਈ ਤਿਲਕਾ, ਜਿਸ ਨੇ ਹਿਰਦੇ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਬਿਠਾਇਆ ਸੀ, ਉਸ ਨੂੰ ਗੁਰੂ ਸਾਹਿਬ ਦੇ ਚਰਨਾਂ 'ਚੋਂ ਭਰੋਸੇ ਦੀ ਦਾਤ ਪ੍ਰਾਪਤ ਹੋ ਚੁੱਕੀ ਸੀ। ਗੁਰੂ 'ਤੇ ਇਤਨਾ ਭਰੋਸਾ ਭਾਈ ਤਿਲਕਾ ਜੀ ਦਾ, ਉਹਨਾਂ ਨੂੰ ਸਵਰਗਾਂ ਨੂੰ ਤੁੱਛ ਸਮਝਿਆ। ਜੋਗੀ ਨੇ ਆਪਣੇ ਸੇਵਕਾਂ ਨੂੰ ਪੁੱਛਿਆ ਕਿ ਸਾਰੇ ਨਗਰ ਵਿੱਚ ਦੇਖ ਲਓ ਕਿ ਮੇਰੇ ਕੋਈ ਦਰਸ਼ਨ ਕਰਨ ਤੋਂ ਵਾਂਝਾ ਤਾਂ ਨਹੀਂ ਰਹਿ ਗਿਆ। ਤਾਂ ਜੋਗੀ ਦੇ ਸੇਵਕਾਂ ਨੇ ਆਖਿਆ, ਸਾਰੇ ਨਗਰ ਵਾਲੇ ਆ ਗਏ, ਪਰ ਇੱਕ ਨਹੀਂ ਸੀ ਆਇਆ। ਜੋਗੀ ਕਹਿੰਦਾ, ਉਹ ਕੌਣ ਹੈ? ਤਾਂ ਸੇਵਕ ਕਹਿੰਦੇ, ਜੀ ਗੁਰੂ ਅਰਜਨ ਸਾਹਿਬ ਦਾ ਸਿੱਖ ਭਾਈ ਤਿਲਕਾ ਜੋਗੀ। ਉਸ ਨੂੰ ਮੇਰਾ ਸੁਨੇਹਾ ਨਹੀਂ ਦਿੱਤਾ? ਕਹਿੰਦੇ, ਜੀ ਆਖਿਆ ਸੀ, ਪਰ ਉਹ ਸਗੋਂ ਕਹਿੰਦਾ, ਇਸ ਹਿਰਦੇ ਵਿੱਚ ਗੁਰੂ ਅਰਜਨ ਦੇਵ ਜੀ ਬੈਠੇ ਹਨ, ਕਿਸੇ ਹੋਰ ਦੇ ਬੈਠਣ ਦੀ ਜਗ੍ਹਾ ਨਹੀਂ ਹੈ, ਅਤੇ ਨਾ ਹੀ ਹੋਰ ਕਿਸੇ ਦੇ ਦਰਸ਼ਨਾਂ ਦੀ ਲੋੜ ਹੈ। ਜੋਗੀ ਨੇ ਆਖਿਆ, ਮੈਂ ਚੱਲਦਾ ਹਾਂ ਉਸ ਨੂੰ ਦਰਸ਼ਨ ਦੇਣ ਲਈ। ਜਦੋਂ ਜੋਗੀ ਨੇ ਜਾ ਕੇ ਸਿੱਖ ਦਾ ਦਰਵਾਜ਼ਾ ਖੜਕਾਇਆ, ਤਾਂ ਸਿੱਖਾ ਦਰਵਾਜ਼ਾ ਖੋਲ। ਸਿੱਖ ਅੰਦਰੋਂ ਆਵਾਜ਼ ਦਿੱਤੀ ਕਿ ਕੌਣ ਹੈ? ਤਾਂ ਜੋਗੀ ਨੇ ਆਖਿਆ ਕਿ ਮੈਂ ਜੋਗੀ ਹਾਂ, ਮੈਂ ਸ਼ਿਵ ਜੀ ਮਹਾਰਾਜ ਕੋਲੋਂ ਵਰ ਲਿਆ ਕਿ ਜਿਹੜੇ ਮੇਰੇ ਦਰਸ਼ਨ ਕਰੇਗਾ, ਉਸ ਨੂੰ 1 ਸਾਲ ਦਾ ਸਵਰਗ ਮਿਲੇਗਾ। ਆ ਸਿੱਖਾ, ਮੇਰੇ ਦਰਸ਼ਨ ਕਰ ਲੈ। ਸਿੱਖ ਕਹਿੰਦਾ, ਤੁਸੀਂ ਸਤਿਕਾਰਯੋਗ ਹੋ, ਪਰ ਜੋਗੀ ਜੀ ਜਿਸ ਦੇ ਚਰਨ ਮੇਰੇ ਹਿਰਦੇ ਵਿੱਚ ਵਸੇ ਹਨ, ਉਸ ਦੇ ਚਰਨਾਂ ਸਾਹਮਣੇ ਨਰਕ ਸਵਰਗ ਦੀ ਗੱਲ ਕਿਤੇ ਰਹਿ ਗਈ। ਹੁਣ ਤਾਂ ਕੇਵਲ ਗੁਰੂ ਦੇ ਚਰਨ ਹੀ ਮੇਰੇ ਲਈ ਸਭ ਕੁਝ ਹਨ। ਜੋਗੀ ਅਜੇ ਵੀ ਹੰਕਾਰ ਵਿੱਚ ਰਹਿੰਦਾ ਕਿ ਸਿੱਖਾ, ਮੈਂ ਵਰ ਲੈਂਦੇ। ਇਹ ਵੀ ਮੰਗਿਆ ਸੀ ਕਿ ਜਿਸ ਨੂੰ ਮੈਂ ਚਾਹਾਂ, ਉਸ ਨੂੰ 100 ਸਾਲ ਦਾ ਸਵਰਗ ਦੇ ਦੇਵਾਂ। ਤੈਨੂੰ ਮੈਂ 100 ਸਾਲ ਦਾ ਸਵਰਗ ਦਿੰਦਾ ਹਾਂ। ਭਾਈ ਤਿਲਕਾ ਜੀ ਕਹਿੰਦੇ, ਜੋਗੀ, ਇਹ ਜੋ ਤੂੰ ਸਵਰਗ ਕਹਿ ਰਿਹਾ ਹੈ ਨਾ, ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਤੂੰ ਮੇਰਾ ਗੁਰੂ ਦੇ ਚਰਨਾਂ ਵਿੱਚ ਨਾਲੋਂ ਵਿਛੋੜਾ ਪਾਉਣ ਆ ਗਿਆ, ਤੇ ਮੈਂ ਭੁੱਲ ਕੇ ਵੀ ਬੂਹਾ ਨਹੀਂ ਖੋਲ੍ਹਣਾ। ਇਤਨਾ ਵਿਛੋੜਾ 100 ਸਾਲ ਦਾ ਰੱਬ ਦਾ ਵਾਸਤਾ ਈ ਜੋਗੀ, ਜਾਂ ਚਲਾ ਜਾ ਇੱਥੋਂ। ਜੋਗੀ ਦਾ 50 ਪੈਸੇ ਦਾ ਹੰਕਾਰ ਲੱਥ ਗਿਆ, ਤੇ ਜੋਗੀ ਪੁੱਛਦਾ ਕਿ ਸਿੱਖਾ, ਤੇਰੇ ਕੋਲ ਇਹੋ ਜਿਹੀ ਕਿਹੜੀ ਚੀਜ਼ ਹੈ ਤੂੰ 100 ਸਾਲ ਦੇ ਸਵਰਗ ਨੂੰ ਲਤਾੜ ਰਿਹਾ ਹੈ? ਭਾਈ ਤਿਲਕਾ ਜੀ ਕਹਿੰਦੇ, ਮੈਨੂੰ ਗੁਰੂ ਕੋਲੋਂ ਸਿੱਖੀ ਦੀ ਦਾਤ ਮਿਲੀ ਹੈ, ਨਾਲ ਗੁਰੂ ਨੇ ਇੱਕ ਦਾਨ ਦਿੱਤਾ ਹੈ। ਉਹ ਕਿਹੜਾ ਦਾਨ? ਭਰੋਸਾ ਦਾਨ। ਸਿੱਖ ਜਿੱਥੇ ਮਰਜ਼ੀ ਹੋਵੇ, ਸਾਰੇ ਜਗਤ ਵਿੱਚ ਇਹੋ ਚੀਜ਼ ਅਰਦਾਸ ਵਿੱਚ ਮੰਗੀ ਜਾਂਦੀ ਹੈ, ਭਰੋਸਾ ਦਾਨ ਬਖਸ਼ੋ। ਜੋਗੀ ਦੇ ਕਹਿਣ 'ਤੇ ਭਾਈ ਤਿਲਕਾ ਡੋਲਿਆ ਨਹੀਂ। ਹੁਣ ਜੋਗੀ ਨੇ ਫਿਰ ਆਵਾਜ਼ ਦਿੱਤੀ, ਸਿੱਖਾ, ਅੱਗੇ ਮੈਂ ਤੈਨੂੰ ਕਹਿੰਦਾ ਸਾਂ ਕਿ ਮੇਰੇ ਦਰਸ਼ਨ ਕਰ ਲੈ,
ਹੁਣ ਮੈਂ ਤੇਰੇ ਕੋਲੋਂ ਮੇਰੇ ਤੋਂ ਰਿਹਾ ਨਹੀਂ ਜਾਂਦਾ। ਮੈਂ ਤੇਰੇ ਦਰਸ਼ਨ ਕਰਨੇ ਹਨ। ਮੈਨੂੰ ਤੂੰ ਜਲਦੀ ਬਾਹਰ ਆ ਕੇ ਦਰਸ਼ਨ ਦੇ। ਸਿੱਖ ਆਖਣ ਲੱਗਾ, ਜੋਗੀ ਇੱਕ ਸ਼ਰਤ 'ਤੇ ਮੈਂ ਬਾਹਰ ਆਵਾਂਗਾ, ਪਹਿਲਾਂ ਆਪਣਾ ਵਰ ਵਾਪਸ ਲੈ। ਜੋਗੀ ਕਹਿੰਦਾ, ਵਰ ਤਾਂ ਮੈਂ ਵਾਪਸ ਲੈਂਦਾ ਹਾਂ। ਸਿੱਖ ਕਹਿੰਦਾ, ਦਰਸ਼ਨ ਕਰਨੇ ਹਨ ਤਾਂ ਮੇਰੇ ਗੁਰੂ ਅਰਜਨ ਦੇਵ ਜੀ ਦੇ ਘਰ। ਮੈਂ ਉਹਨਾਂ ਦਾ ਨਿਮਾਣਾ ਜਿਹਾ ਸਿੱਖ ਹਾਂ। ਉਸ ਜੋਗੀ ਨੇ ਭਾਈ ਤਿਲਕਾ ਜੀ ਦੇ ਦਰਸ਼ਨ ਕੀਤੇ, ਜਿਨ੍ਹਾਂ ਦੇ ਚਿਹਰੇ 'ਤੇ ਨਾਮ ਦਾ ਨੂਰ ਪ੍ਰਗਟ ਹੋ ਰਿਹਾ ਸੀ। ਬਾਬਾ ਜੀ ਕਹਿੰਦੇ, ਜਿਹੜਾ ਨਾਮੀ ਉਸ ਦੀਆਂ 5 ਚੀਜ਼ਾਂ ਵਿੱਚੋਂ ਅਮਰਤਾ, ਰੂਹਾਨੀਅਤ ਦਾ ਬਾਸਾ ਹੋ ਜਾਂਦਾ ਹੈ ਨਾ, ਉਹਨਾਂ ਦੇ ਨੇਤਰਾਂ 'ਤੇ, ਰਸਨਾਂ 'ਤੇ, ਹਿਰਦੇ 'ਤੇ ਹੱਥਾਂ 'ਤੇ ਪੈਰਾਂ 'ਤੇ ਰੂਹਾਨੀਅਤ। ਭਾਈ ਤਿਲਕਾ ਜੀ ਦੇ ਚਿਹਰੇ 'ਤੇ ਜੋਗੀ ਦੇ ਦਰਸ਼ਨ ਕੀਤੇ, ਮਨ ਗਦ-ਗਦ ਹੋ ਗਿਆ। ਜੋਗੀ ਨੂੰ ਭਾਈ ਤਿਲਕਾ ਜੀ ਅੰਮ੍ਰਿਤਸਰ ਵਿਖੇ ਲੈ ਗਏ ਤੇ ਗੁਰੂ ਦੇਵ ਜੀ ਦੇ ਚਰਨਾਂ ਵਿੱਚ ਲੈ ਕੇ ਆਏ। ਮਹਾਰਾਜ ਜੀ ਨੇ ਸ਼ਬਦ ਦਾ ਤੀਰ ਮਾਰ ਕੇ ਜੋਗੀ ਦਾ ਬਾਕੀ ਦਾ ਹੰਕਾਰ ਵੀ ਖਤਮ ਕਰ ਦਿੱਤਾ। ਗੁਰੂ ਸਾਹਿਬ ਨੇ ਜੋਗੀ ਨੂੰ ਸਿੱਧੇ ਰਸਤੇ ਪਾਉਂਦੇ ਹੋਏ ਬਾਣੀ ਦੇ ਨਾਲ ਜੋੜਿਆ। ਵੇਖੀ ਅਸੀਂ ਕਿਹੜੀ ਲਾਈਨ ਵਿੱਚ ਹਾਂ, ਜੋਗੀ ਦੀ ਲਾਈਨ ਵਿੱਚ ਹਾਂ ਕਿ ਭਾਈ ਤਿਲਕਾ ਜੀ ਵਾਲੀ ਲਾਈਨ ਵਿੱਚ। ਗੁਰੂ ਦੇ ਘਰ 'ਤੇ ਭਰੋਸਾ ਰੱਖਣ ਤੋਂ ਬਾਅਦ ਕਈਆਂ ਦਾ ਆਪਣੇ ਗੁਰੂ ਦੇ ਸਾਹਿਬ ਉੱਪਰ ਪੂਰਨ ਭਰੋਸਾ ਹੁੰਦਾ ਹੈ। ਉਹ ਗਿਆਨ ਦੀ ਕਮੀ ਕਰਕੇ ਦੂਜੇ ਧਰਮਾਂ ਦੀ ਨਿੰਦਿਆ ਕਰ ਜਾਂਦੇ ਹਨ। ਸਹਿਜ ਸੁਭਾਅ ਮੂੰਹੋਂ ਨਿਕਲਦਾ ਹੈ ਕਿ ਮੈਂ ਤਾਂ ਗੁਰੂ ਨਾਨਕ ਨੂੰ ਹੀ ਮੰਨਦਾ, ਮੈਂ ਕਿਸੇ ਹੋਰ ਨੂੰ ਨਹੀਂ ਮੰਨਦਾ। ਗੁਰਸਿੱਖੀ, ਸਿੱਖ ਧਰਮ ਵਿੱਚ ਕਿਸੇ ਧਰਮ ਦੀ ਨਾਰਾਜ਼ਗੀ ਨਹੀਂ ਕੀਤੀ ਜਾਂਦੀ। ਗੁਰੂ ਨਾਨਕ ਦੀ ਘਰ ਪਹਿਲੀ ਕਲਾਸ ਦੀ ਨਿਮਰਤਾ ਤੇ ਨਿਰਮਾਨਤਾ ਤੋਂ ਸ਼ੁਰੂ ਹੁੰਦੀ ਹੈ। ਜੇ ਅਸੀਂ ਆਖੀਏ ਕਿ ਮੰਦਰ ਕੁਝ ਨਹੀਂ, ਮਸੀਤ ਕੁਝ ਨਹੀਂ, ਗਿਰਜਾਘਰ ਕੁਝ ਨਹੀਂ, ਗੁਰੂ ਨਾਨਕ ਹੀ ਵੱਡਾ ਹੈ, ਤਾਂ ਵੱਡਾ ਗੁਰੂ ਨਾਨਕ ਹੀ ਹੈ। ਪਰ ਭਰੋਸਾ ਗੁਰੂ ਨਾਨਕ 'ਤੇ। ਪਰ ਜੇ ਤੂੰ ਕਹੇ ਮੰਦਰ ਵੀ ਕੁਝ ਨਹੀਂ, ਫਿਰ ਯਾਦ ਰੱਖੀ ਗੁਰੂ ਨਾਨਕ ਸਾਹਿਬ ਵੀ ਆਖਣਗੇ ਕਿ ਮੇਰੀ ਪਿੱਠ ਸਭ ਤੋਂ ਪਹਿਲਾਂ ਤੇਰੇ ਵੱਲ ਹੈ। ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਮਾੜਾ ਕਹਿਣਾ ਨਹੀਂ ਸਿਖਾਇਆ। ਇੱਕ ਗੱਲ ਦਾ ਧਿਆਨ ਰੱਖਿਓ, ਭਰੋਸਾ ਵੀ ਰੱਖਣਾ ਹੈ, ਪਰ ਭਰੋਸੇ ਵਿੱਚ ਕਿਸੇ ਦੂਸਰੇ ਦੀ ਨਿੰਦਿਆ ਵੀ ਨਾ ਹੋ ਜਾਵੇ। ਉਹ ਵੀ ਮਾੜਾ ਹੈ। ਸਿਰਫ ਮੇਰਾ ਹੀ ਗੁਰੂ ਚੰਗਾ ਹੈ, ਤੇਰਾ ਗੁਰੂ ਚੰਗਾ ਹੈ, ਪਰ ਦੂਜਾ ਵੀ ਮਾੜਾ ਨਹੀਂ। ਕਹਿਣਾ ਕਿ ਸਾਰੇ ਚੰਗੇ ਹਨ, ਪਰ ਗੁਰੂ ਨਾਨਕ ਦੀ ਮੇਰੀ ਅਰਦਾਸ ਬੇਨਤੀ ਪ੍ਰਵਾਨ ਕਰਿਓ।